ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਰਮਨ ਦੋ ਭਰਾਵਾਂ ਦੀ ਇਕੱਲੀ ਭੈਣ ਸੀ। ਮਾਪਿਓ ਨੇ ਰੱਬ ਅੱਗੇ ਅਰਦਾਸਾਂ ਕਰਕੇ ਧੀ ਲਈ ਸੀ ਤੇ ਉਸ ਨੂੰ ਵਧੀਆ ਪੜ੍ਹਾਇਆ ਲਿਖਾਇਆ ਤੇ ਆਪਦੇ ਵੱਲੋਂ ਵਧੀਆ ਘਰ ਵੇਖ ਕੇ ਰਮਨ ਦਾ ਵਿਆਹ ਕੀਤਾ। ਜਦੋਂ ਰਮਨ ਵਿਆਹ ਕੇ ਸਹੁਰੇ ਘਰ ਆਈ ਤਾਂ ਉਸਨੇ ਆਪਣੇ ਸਹੁਰੇ ਘਰ ਘੁਲਣ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਦੀ ਵਜ੍ਹਾ ਕਰਕੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਤਾਂ ਕਿ ਉਹ ਆਪਦੇ ਆਪ ਨੂੰ ਚੰਗੀ ਤਰ੍ਹਾਂ ਨਵੇਂ ਘਰ ਵਿੱਚ ਉਹਨਾਂ ਮੁਤਾਬਕ ਢਾਲ ਸਕੇ। ਪਰ ਰਮਨ ਜਿੰਨੀ ਵੀ ਕੋਸ਼ਿਸ਼ ਕਰਦੀ ਓਨੀ ਹੀ ਥੋੜ੍ਹੀ ਸੀ। ਵਾਰ-ਵਾਰ ਉਸ ਨੂੰ ਕਦੀ ਨਨਾਣ ਦੇ, ਕਦੀ ਸੱਸ ਦੇ ਤੇ ਕਦੀ ਸਹੁਰੇ ਦੇ ਤਾਹਨੇ ਮਿਹਣੇ ਸੁਣਨੇ ਪੈਂਦੇ। ਪਰ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਰੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਨੇ ਜਾਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਰਮਨ ਦੇ ਸਹੁਰੇ ਪਰਿਵਾਰ ਵਿੱਚ ਸੱਸ, ਸਹੁਰਾ, ਇੱਕ ਨਨਾਣ ਤੇ ਇੱਕ ਦਿਓਰ ਸੀ। ਦਿਓਰ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਸੁਖਮੰਦਰ, ਰਮਨ ਦੇ ਘਰ ਵਾਲਾ, ਇੱਕ ਫੈਕਟਰੀ ਵਿੱਚ ਮੁਨੀਮ ਸੀ। ਰਮਨ ਦੇ ਵਿਆਹ ਨੂੰ 6 ਮਹੀਨੇ ਬੀਤ ਚੁੱਕੇ ਸੀ ਤੇ ਇਹਨਾਂ 6 ਮਹੀਨਿਆਂ ਵਿੱਚ ਰਮਨ ਨੇ ਇਹ ਨੋਟਿਸ ਕੀਤਾ ਕਿ ਉਸਦੇ ਘਰ ਵਾਲੇ ਦੀ ਘਰ ਵਿੱਚ ਕੋਈ ਇੱਜ਼ਤ ਨਹੀਂ ਹੈ। ਜਿੰਨਾ ਮਾਣ ਸਨਮਾਨ ਇਸ ਘਰ ਵਿੱਚ ਉਸਦੇ ਦਿਓਰ ਦਾ ਹੈ, ਓਨਾ ਉਸਦੇ ਘਰ ਵਾਲੇ ਸੁਖਮੰਦਰ ਦਾ ਨਹੀਂ ਸੀ। ਪਰ ਉਸ ਨੂੰ ਇਸ ਦੀ ਵਜ੍ਹਾ ਸਮਝ ਵਿੱਚ ਨਹੀਂ ਆ ਰਹੀ ਸੀ। ਉਹ ਸੋਚ ਰਹੀ ਸੀ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਇੱਕ ਮਾਂ ਪਿਓ ਆਪਣੇ ਦੋ ਮੁੰਡਿਆਂ ਵਿੱਚ ਇਸ ਤਰ੍ਹਾਂ ਭੇਦਭਾਵ ਕਿਵੇਂ ਕਰ ਸਕਦੇ ਹਨ। ਜਿੱਥੇ ਉਸਦੇ ਦਿਓਰ ਨੂੰ ਘਰ ਦਾ ਮਾਲਕ ਬਣਾ ਕੇ ਉਸ ਦੀ ਸਲਾਹ ਲਈ ਜਾਂਦੀ ਸੀ, ਉੱਥੇ ਸੁਖਮੰਦਰ ਦੇ ਘਰ ਵਿੱਚ ਕੋਈ ਪੁੱਛ-ਗਿੱਛ ਨਹੀਂ ਸੀ, ਬਲਕਿ ਸੁਖਮੰਦਰ ਨੂੰ ਘਰ ਵਿੱਚ ਇੱਕ ਨੌਕਰ ਹੀ ਸਮਝਿਆ ਜਾਂਦਾ ਸੀ। ਇੱਕ ਦਿਨ ਰਮਨ ਨੇ ਸੁਖਮੰਦਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਸੁਖਮੰਦਰ ਨੇ ਕਿਹਾ ਕਿ ਇਸ ਦੀ ਵਜ੍ਹਾ ਸਿਰਫ ਇਹੀ ਹੈ ਕਿ ਸੁਖਬੀਰ ਇੱਕ ਸਰਕਾਰੀ ਨੌਕਰੀ ਤੇ ਹੈ ਤੇ ਉਸ ਨੂੰ ਚੰਗੀ ਤਨਖਾਹ ਮਿਲਦੀ ਹੈ ਤੇ ਮੰਮੀ ਡੈਡੀ ਦੀ ਨਜ਼ਰ ਵਿੱਚ ਉਹ ਬਹੁਤ ਕਾਬਲ ਹੈ। ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਹਾਂ ਤੇ ਮੈਂ ਇੰਨਾ ਕਾਬਲ ਨਹੀਂ ਹਾਂ। ਤਾਂ ਰਮਨ ਨੇ ਕਿਹਾ ਕਿ ਇਸ ਗੱਲ ਨਾਲ ਕੀ ਫਰਕ ਪੈਂਦਾ ਹੈ ਕਿ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ, ਤੁਸੀਂ ਆਪਣਾ ਖਰਚਾ ਤਾਂ ਆਪ ਖੁਦ ਹੀ ਚੱਕਦੇ ਹੋ। ਆਪਾਂ ਸੁਖਬੀਰ ਤੋਂ ਕੁਝ ਮੰਗਦੇ ਤਾਂ ਨਹੀਂ ਤੇ ਜਿੰਨੀ ਕਿਸੇ ਦੀ ਹੈਸੀਅਤ ਹੈ ਸਾਰੇ ਉਸ ਦੇ ਹਿਸਾਬ ਨਾਲ ਹੀ ਆਪਣੀ ਜ਼ਿੰਦਗੀ ਚਲਾ ਰਹੇ ਹਨ ਤੇ ਇਸ ਵਿੱਚ ਮੰਮੀ ਡੈਡੀ ਨੂੰ ਵਿਤਕਰਾ ਕਰਨ ਦੀ ਕੀ ਜ਼ਰੂਰਤ ਹੈ। ਪੁੱਤ ਤਾਂ ਦੋਨੇ ਉਹਨਾਂ ਦੇ ਹੀ ਹਨ। ਸੁਖਮੰਦਰ ਕਹਿੰਦਾ ਕਿ ਜਿਸ ਦਿਨ ਦਾ ਸੁਖਬੀਰ ਫੌਜ ਵਿੱਚ ਭਰਤੀ ਹੋਇਆ ਹੈ ਉਸ ਦਿਨ ਤੋਂ ਹੀ ਮੈਂ ਇਹ ਸਭ ਕੁਝ ਸਹਿ ਰਿਹਾ ਹਾਂ। ਰਮਨ ਕਹਿੰਦੀ ਕਿ ਮੈਂ ਸੁਖਮੰਦਰ ਇਹ ਵੀ ਨੋਟਿਸ ਕੀਤਾ ਹੈ ਕਿ ਦੀਦੀ ਵੀ ਆਪਣੇ ਛੋਟੇ ਭਰਾ ਦਾ ਹੀ ਜ਼ਿਆਦਾ ਕਰਦੀ ਹੈ ਤੇ ਤੁਹਾਡੇ ਨਾਲ ਕੋਈ ਜ਼ਿਆਦਾ ਮਤਲਬ ਨਹੀਂ ਰੱਖਦੀ। ਇਸ ਦਾ ਮਤਲਬ ਇਹ ਵੀ ਨਹੀਂ ਸੀ ਕਿ ਸੁਖਮੰਦਰ ਕੋਈ ਚੰਗੀ ਨੌਕਰੀ ਨਹੀਂ ਕਰਦਾ ਸੀ ਜਾਂ ਉਸ ਦੀ ਤਨਖਾਹ ਥੋੜ੍ਹੀ ਸੀ। ਸਿਰਫ ਇਹੀ ਗੱਲ ਸੀ ਕਿ ਉਹ ਸਰਕਾਰੀ ਨੌਕਰੀ ਇੱਕ ਨਹੀਂ ਪ੍ਰਾਈਵੇਟ ਨੌਕਰੀ ਕਰਦਾ ਸੀ। ਫਿਰ ਰਮਨ ਕਹਿੰਦੀ, ਚੱਲ ਛੱਡੋ, ਮੈਨੂੰ ਕੀ ਫਰਕ ਪੈਂਦਾ ਹੈ ਜਦੋਂ ਸੁਖਮੰਦਰ ਇੰਨਾ ਚੰਗਾ ਹੈ ਤੇ ਮੇਰਾ ਇੰਨਾ ਖਿਆਲ ਰੱਖਦਾ ਹੈ। ਮੈਂ ਬਾਕੀ ਉਸ ਦੇ ਬਾਰੇ ਕੀ ਸੋਚਦੇ ਹਨ ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਬਸ ਇਸੇ ਤਰ੍ਹਾਂ ਹੀ ਰਮਨ ਦੀ ਜ਼ਿੰਦਗੀ ਚੱਲ ਰਹੀ ਸੀ। ਹੁਣ ਰਮਨ ਦੇ ਵਿਆਹ ਨੂੰ ਸਾਲ ਹੋ ਗਿਆ ਸੀ ਤੇ ਘਰ ਵਿੱਚ ਉਸ ਦੀ ਨਨਾਣ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਹੁਣ ਵੀ ਨਨਾਣ ਦੇ ਰਿਸ਼ਤੇ ਲਈ ਛੋਟੇ ਭਰਾ ਨਾਲ ਹੀ ਸਲਾਹ ਮਸ਼ਵਰਾ ਕੀਤਾ ਗਿਆ ਤੇ ਵੱਡੇ ਭਰਾ ਭਰਜਾਈ ਨੂੰ ਕੁਝ ਵੀ ਪੁੱਛਿਆ ਨਾ ਗਿਆ, ਕਿਉਂਕਿ ਮਾਪਿਓ ਦੀਆਂ ਨਜ਼ਰਾਂ ਵਿੱਚ ਛੋਟਾ ਮੁੰਡਾ ਹੀ ਸਮਝਦਾਰ ਸੀ। ਕਿਸੇ ਨੇ ਇਹ ਨਹੀਂ ਸੋਚਿਆ ਕਿ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੱਡੇ ਭਰਾ ਦੀ ਵੀ ਓਨੀ ਹੈ ਜਿੰਨੀ ਛੋਟੇ ਭਰਾ ਦੀ। ਪਰ ਜਿੰਨੀ ਵੀ ਦੌੜ ਭੱਜ ਕਰਨੀ ਸੀ ਵੱਡੇ ਭਰਾ ਨੇ ਹੀ ਕੀਤੀ ਤੇ ਫਿਰ ਇੱਕ ਚੰਗੇ ਘਰ ਵਿੱਚ ਭੈਣ ਦਾ ਰਿਸ਼ਤਾ ਕਰ ਦਿੱਤਾ। ਘਰ ਵਿੱਚ ਵੀ ਜਿੰਨੀਆਂ ਤਿਆਰੀਆਂ ਕਰਨੀਆਂ ਸੀ ਰਮਨ ਨੇ ਹੀ ਕੀਤੀਆਂ ਤੇ ਫਿਰ ਵਿਆਹ ਤੋਂ 2-3 ਦਿਨ ਪਹਿਲਾਂ ਸੁਖਬੀਰ ਆ ਗਿਆ ਤੇ ਸਭ ਕੁਝ ਦਾ ਕਰਤਾ ਧਰਤਾ ਉਹ ਬਣ ਗਿਆ ਤੇ ਪੂਰੇ ਵਿਆਹ ਵਿੱਚ ਉਹੀ ਅੱਗੇ ਰਿਹਾ ਤੇ ਸਾਰੇ ਵਿਆਹ ਵਿੱਚ ਮਾਂ-ਪਿਓ ਨੇ ਉਸ ਨੂੰ ਹੀ ਅੱਗੇ ਰੱਖਿਆ, ਜਿਵੇਂ ਸਾਰਾ ਕੁਝ ਸੁਖਬੀਰ ਨੇ ਹੀ ਕੀਤਾ ਹੋਵੇ ਤੇ ਭੈਣ ਨੇ ਵੀ ਇਸ ਤਰ੍ਹਾਂ ਹੀ ਕੀਤਾ। ਆਪਣੇ ਛੋਟੇ ਭਰਾ ਨੂੰ ਹੀ ਸਭ ਕੁਝ ਸਮਝਿਆ ਤੇ ਉਸਦੇ ਸਹੁਰਿਆਂ ਨੂੰ ਵੀ ਇਹ ਗੱਲ ਸਮਝ ਆ ਗਈ ਸੀ ਕਿ ਵੱਡੇ ਭਰਾ ਦੀ ਇਸ ਘਰ ਵਿੱਚ ਕੋਈ ਇੱਜ਼ਤ ਨਹੀਂ, ਇਹਨਾਂ ਲਈ ਸਭ ਕੁਝ ਸੁਖਬੀਰ ਹੀ ਹੈ। ਰਮਨ ਤੇ ਸੁਖਮੰਦਰ ਨੂੰ ਇਹ ਗੱਲ ਬਹੁਤ ਚੁੱਭ ਰਹੀ ਸੀ, ਪਰ ਉਹ ਕੁਝ ਕਰ ਵੀ ਕੀ ਸਕਦੇ ਸੀ ਜਦੋਂ ਮਾਂ-ਪਿਓ ਹੀ ਵਿਤਕਰਾ ਕਰ ਰਹੇ ਸੀ, ਜਦੋਂ ਕਿ ਉਹਨਾਂ ਨੇ ਹੀ ਛੋਟੇ ਮੁੰਡੇ ਨੂੰ ਘਰ ਦਾ ਮਾਲਕ ਬਣਾ ਕੇ ਰੱਖਿਆ ਸੀ। ਖੈਰ, ਨਨਾਣ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਸਾਰੇ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ ਤੇ ਸੁਖਬੀਰ ਵੀ ਆਪਣੀ ਡਿਊਟੀ ਤੇ ਵਾਪਸ ਚਲਾ ਗਿਆ ਤੇ ਫਿਰ 2 ਸਾਲ ਬਾਅਦ ਸੁਖਬੀਰ ਦਾ ਵਿਆਹ ਹੋ ਗਿਆ। ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੋਇਆ।
ਰਮਨ ਤੇ ਸੁਖਮੰਦਰ ਦੀ ਕੋਈ ਸਲਾਹ ਨਾ ਲਈ ਗਈ ਤੇ ਨਾ ਹੀ ਉਹਨਾਂ ਨੂੰ ਕਿਸੇ ਗੱਲ ਵਿੱਚ ਸ਼ਾਮਲ ਕੀਤਾ ਗਿਆ ਤੇ ਵਿਆਹ ਕਰ ਦਿੱਤਾ ਗਿਆ। ਸੁਖਬੀਰ ਨੇ 2 ਮਹੀਨਿਆਂ ਦੀ ਛੁੱਟੀ ਲਈ ਹੋਈ ਸੀ ਕਿਉਂਕਿ ਉਸ ਨੇ ਵਿਆਹ ਤੋਂ ਮਗਰੋਂ ਹਨੀਮੂਨ ਲਈ ਜਾਣਾ ਸੀ। ਅੱਜ ਰਮਨ ਨੂੰ ਸੁਖਬੀਰ ਤੇ ਰੁਪਿੰਦਰ ਵੱਲ ਵੇਖ ਕੇ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਸੀ। ਜਦੋਂ ਉਸ ਦਾ ਵਿਆਹ ਹੋਇਆ ਸੀ, ਉਸ ਨੂੰ ਜਿਸ ਕਮਰੇ ਵਿੱਚ ਬਿਠਾਇਆ ਸੀ ਉਸ ਨੂੰ ਰੰਗ ਤੱਕ ਵੀ ਨਹੀਂ ਕੀਤਾ ਸੀ ਤੇ ਜਗ੍ਹਾ ਜਗ੍ਹਾ ਤੋਂ ਸੀਮਿੰਟ ਡਿੱਗਾ ਹੋਇਆ ਸੀ ਤੇ ਅੱਜ ਆਪਣੀ ਦਰਾਣੀ ਦੇ ਕਮਰੇ ਨੂੰ ਵੇਖ ਕੇ ਉਸ ਨੂੰ ਲੱਗ ਰਿਹਾ ਸੀ ਕਿ ਕਿੰਨਾ ਫਰਕ ਹੈ ਮੇਰੇ ਤੇ ਰੁਪਿੰਦਰ ਵਿੱਚ। ਫਿਰ ਉਸ ਨੂੰ ਇਹ ਗੱਲ ਵੀ ਮਹਿਸੂਸ ਹੋ ਰਹੀ ਸੀ ਕਿ ਅੱਜ ਉਸ ਦਾ ਦਿਓਰ ਤੇ ਦਰਾਣੀ ਘੁੰਮਣ ਲਈ ਜਾ ਰਹੇ ਹਨ। ਪਰ ਉਸ ਵਕਤ ਸੁਖਮੰਦਰ ਵੀ ਵਿਆਹ ਤੋਂ ਮਗਰੋਂ ਘੁੰਮਣ ਜਾਣਾ ਚਾਹੁੰਦਾ ਸੀ, ਪਰ ਉਸ ਦੇ ਮੰਮੀ ਪਾਪਾ ਨੇ ਜਾਣ ਨਾ ਦਿੱਤਾ ਤੇ ਅੱਜ ਜਦੋਂ ਸੁਖਬੀਰ ਤੇ ਰੁਪਿੰਦਰ ਜਾਣਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰੋਕ ਟੋਕ ਨਹੀਂ ਸੀ ਤੇ ਸਾਰੇ ਉਹਨਾਂ ਦੇ ਜਾਣ ਕਰਕੇ ਖੁਸ਼ ਸੀ। ਪਰ ਰਮਨ ਹੁਣ ਕਰ ਵੀ ਕੀ ਕੁਝ ਨਹੀਂ ਸਕਦੀ ਸੀ। ਇਹ ਸਭ ਕੁਝ ਤਾਂ ਉਹ ਵਿਆਹ ਤੋਂ ਅਗਲੇ ਦਿਨ ਤੋਂ ਹੀ ਸਹਿ ਰਹੀ ਸੀ। 10 ਦਿਨਾਂ ਦੇ ਘੁੰਮਣ ਤੋਂ ਬਾਅਦ ਸੁਖਬੀਰ ਆਪਣੀ ਘਰਵਾਲੀ ਨੂੰ ਲੈ ਕੇ ਆਪਣੇ ਨਾਲ ਚਲਾ ਗਿਆ। ਹੁਣ ਰਮਨ ਦੀ ਦਰਾਣੀ ਦੇ ਆਉਣ ਕਰਕੇ ਉਸ ਦੀ ਜ਼ਿੰਦਗੀ ਹੋਰ ਵੀ ਖਰਾਬ ਹੋ ਚੁੱਕੀ ਸੀ ਕਿਉਂਕਿ ਰੁਪਿੰਦਰ ਕਦੇ-ਕਦੇ ਹੀ ਆਪਣੇ ਸਹੁਰੇ ਘਰ ਆਉਂਦੀ ਸੀ। ਕਿਉਂਕਿ ਉਹ ਸਰਕਾਰੀ ਨੌਕਰ ਦੀ ਘਰਵਾਲੀ ਸੀ, ਇਸ ਲਈ ਉਸ ਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦਾ ਸੀ। ਜਦੋਂ ਰੁਪਿੰਦਰ ਆਉਂਦੀ ਤਾਂ ਉਸ ਦੀ ਨਨਾਣ ਵੀ ਆ ਜਾਂਦੀ ਤੇ ਸਾਰੇ ਵਿਹਲੇ ਬੈਠੇ ਗੱਲਾਂ ਮਾਰਦੇ ਰਹਿੰਦੇ। ਰਮਨ ਹੀ ਸਾਰਾ ਦਿਨ ਘਰ ਦਾ ਕੰਮ ਕਰਦੀ ਤੇ ਜਦੋਂ ਸਾਰੇ ਆਉਂਦੇ ਤਾਂ ਰਮਨ ਤੋਂ ਆਪਣੇ ਬੱਚਿਆਂ ਦਾ ਵੀ ਖਿਆਲ ਨਾ ਰੱਖਿਆ ਜਾਂਦਾ ਤੇ ਹੁਣ ਸੁਖਮੰਦਰ ਨੂੰ ਰਮਨ ਤੇ ਤਰਸ ਆਉਣ ਲੱਗਿਆ ਕਿਉਂਕਿ ਰਮਨ ਸਾਰਾ ਦਿਨ ਕੰਮ ਕਰਦੀ ਰਹਿੰਦੀ ਤੇ ਬਾਕੀ ਸਾਰੇ ਵਿਹਲੇ ਬੈਠੇ ਖਾਂਦੇ। ਕਈ ਵਾਰ ਸੁਖਮੰਦਰ ਸੋਚਦਾ ਕਿ ਮੈਂ ਮੰਮੀ ਪਾਪਾ ਨਾਲ ਗੱਲ ਕਰਾਂ, ਪਰ ਫਿਰ ਉਹ ਇਸ ਕਰਕੇ ਗੱਲ ਕਰਨ ਤੋਂ ਚੁੱਪ ਕਰ ਜਾਂਦਾ ਸੀ ਕਿ ਜੇ ਮੈਂ ਕੋਈ ਗੱਲ ਕੀਤੀ ਤਾਂ ਮੰਮੀ ਡੈਡੀ ਬਹੁਤ ਵੱਡਾ ਤਮਾਸ਼ਾ ਖੜਾ ਕਰ ਦੇਣਗੇ। ਪਰ ਹੁਣ ਰਮਨ ਵੀ ਇਹਨਾਂ ਸਾਰਿਆਂ ਤੋਂ ਬਹੁਤ ਤੰਗ ਆ ਚੁੱਕੀ ਸੀ। ਹੁਣ ਤਾਂ ਕੱਲ੍ਹ ਦੀ ਆਈ ਰੁਪਿੰਦਰ ਵੀ ਸਮਝ ਚੁੱਕੀ ਸੀ ਇਸ ਘਰ ਵਿੱਚ ਰਮਨ ਤੇ ਸੁਖਮੰਦਰ ਦੀ ਕੋਈ ਇੱਜ਼ਤ ਨਹੀਂ ਹੈ ਤੇ ਉਹ ਵੀ ਆਪਣੀ ਜਠਾਣੀ ਉੱਤੇ ਹਾਵੀ ਹੋਣ ਲੱਗੀ। ਗੱਲ-ਗੱਲ ਤੇ ਰਮਨ ਦਾ ਮਜ਼ਾਕ ਉਡਾਉਣ ਲੱਗੀ ਤੇ ਨਨਾਣ ਤਾਂ ਪਹਿਲਾਂ ਹੀ ਇਹੋ ਜਿਹੀ ਸੀ। ਰਮਨ ਨੇ ਸੱਸ ਤੇ ਨਨਾਣ ਦੀਆਂ ਗੱਲਾਂ ਤਾਂ ਬਰਦਾਸ਼ਤ ਕਰ ਲਈਆਂ ਸੀ, ਪਰ ਹੁਣ ਉਸ ਤੋਂ ਆਪਣੀ ਦਰਾਣੀ ਦੀਆਂ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ। ਪਰ ਰੁਪਿੰਦਰ ਦੀਆਂ ਹਰਕਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਸੀ। ਉਹ ਜਦੋਂ ਵੀ ਆਉਂਦੀ ਰਮਨ ਦਾ ਕਿਸੇ ਨਾ ਕਿਸੇ ਗੱਲ ਕਰਕੇ ਮਜ਼ਾਕ ਹੀ ਉਡਾਉਂਦੀ। ਹੁਣ ਰਮਨ ਨੇ ਸੋਚ ਲਿਆ ਸੀ ਕਿ ਮੈਂ ਹੁਣ ਇਹ ਸਭ ਕੁਝ ਬਰਦਾਸ਼ਤ ਨਹੀਂ ਕਰਾਂਗੀ। ਮੈਂ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਆਂਗੀ ਤੇ ਮਿਲਣਾ ਵੀ ਚਾਹੀਦਾ ਸੀ। ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਦਿਓਰ ਦਰਾਣੀ 1 ਮਹੀਨੇ ਦੀਆਂ ਛੁੱਟੀਆਂ ਲਈ ਆਏ ਸੀ। ਦਰਾਣੀ ਦੇ ਆਉਂਦੇ ਹੀ ਨਨਾਣ ਵੀ ਆਪਣੇ ਬੱਚਿਆਂ ਨੂੰ ਲੈ ਕੇ ਆ ਗਈ। ਉਹਨਾਂ ਨੇ ਸੋਚਿਆ ਕਿ ਰਮਨ ਹਰ ਵਾਰ ਦੀ ਤਰ੍ਹਾਂ ਸਾਡੇ ਅੱਗੇ ਪਿੱਛੇ ਫਿਰੇਗੀ। ਜਦੋਂ ਦੋਨੇ ਆ ਗਈਆਂ ਤਾਂ ਰਮਨ ਬੈਗ ਵਿੱਚ ਕੱਪੜੇ ਪਾਉਣ ਲੱਗ ਗਈ। ਜਦੋਂ ਉਹਨਾਂ ਨੇ ਦੇਖਿਆ ਰਮਨ ਬੈਗ ਵਿੱਚ ਕੱਪੜੇ ਪਾ ਰਹੀ ਹੈ ਤੇ ਉਹ ਇਹ ਦੇਖ ਕੇ ਹੈਰਾਨ ਹੋ ਗਈਆਂ ਤੇ ਉਹਨਾਂ ਨੇ ਜਾ ਕੇ ਆਪਣੀ ਮੰਮਾ ਨੂੰ ਦੱਸਿਆ ਤੇ ਮੰਮੀ ਨੇ ਆ ਕੇ ਰਮਨ ਨੂੰ ਪੁੱਛਿਆ, ਬੈਗ ਵਿੱਚ ਕੱਪੜੇ ਪਾ ਕੇ ਕਿੱਥੇ ਚੱਲੀ ਹੈ? ਤਾਂ ਰਮਨ ਨੇ ਕਿਹਾ, ਮੈਂ ਸੁਖਮੰਦਰ ਤੇ ਮੇਰੇ ਬੱਚੇ ਅਸੀਂ ਆਪਣੇ 15 ਦਿਨਾਂ ਲਈ ਘੁੰਮਣ ਜਾ ਰਹੇ ਹਾਂ। ਵਿਆਹ ਨੂੰ ਕਿੰਨੇ ਸਾਲ ਹੋ ਗਏ ਪਰ ਅਸੀਂ ਕਦੇ ਵੀ ਬਾਹਰ ਘੁੰਮਣ ਨਹੀਂ ਗਏ। ਇਹ ਸੁਣ ਕੇ ਰਮਨ ਦੀ ਸੱਸ ਰੌਲਾ ਪਾਉਣ ਲੱਗ ਗਈ, ਤੁਹਾਡੀ ਹਿੰਮਤ ਕਿਵੇਂ ਹੋਈ ਮੈਨੂੰ ਪੁੱਛੇ ਬਿਨਾਂ 15 ਦਿਨਾਂ ਦਾ ਘੁੰਮਣ ਦਾ ਮਸ਼ਵਰਾ ਕਰ ਲਿਆ? ਸਾਨੂੰ ਦੱਸਣਾ ਤੱਕ ਵੀ ਜ਼ਰੂਰੀ ਨਹੀਂ ਸਮਝਿਆ। ਐਵੇਂ ਕਿਵੇਂ ਚਲੇ ਜਾਏਂਗੀ? ਘਰ ਦੀਆਂ ਜ਼ਿੰਮੇਵਾਰੀਆਂ ਵੀ ਕੋਈ ਚੀਜ਼ ਹੁੰਦੀ ਹੈ। ਮਾਂ ਦੀ ਉੱਚੀ ਆਵਾਜ਼ ਸੁਣ ਕੇ ਸੁਖਮੰਦਰ ਅੰਦਰ ਆ ਗਿਆ ਤੇ ਉਹ ਸਮਝ ਗਿਆ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ। ਮਾਂ ਨੇ ਤਾਂ ਮਹਾਭਾਰਤ ਸ਼ੁਰੂ ਕਰ ਦਿੱਤੀ ਹੈ, ਹੁਣ ਤਾਂ ਭੁੱਲ ਜਾਓ ਬਾਹਰ ਘੁੰਮਣ ਜਾਣਾ। ਤਾਂ ਸੁਖਮੰਦਰ ਨੇ ਕਿਹਾ, ਰਮਨ ਚੱਲ ਰਹਿਣ ਦੇ, ਆਪਾਂ ਫਿਰ ਕਿਤੇ ਚਲੇ ਜਾਵਾਂਗੇ। ਪਰ ਰਮਨ ਨੇ ਸੋਚ ਲਿਆ ਸੀ ਉਸ ਦਾ ਘਰ ਵਾਲਾ ਤਾਂ ਸਿੱਧਾ ਸਾਦਾ ਹੈ ਜਿਸ ਦਾ ਫਾਇਦਾ ਸਾਰੇ ਘਰ ਵਾਲੇ ਚੁੱਕਦੇ ਨੇ, ਪਰ ਮੈਂ ਹੁਣ ਨਹੀਂ ਚੁੱਕਣ ਦਿਆਂਗੀ। ਰਮਨ ਨੇ ਕਿਹਾ ਕਿ ਬਿਲਕੁਲ ਨਹੀਂ, ਕਿਉਂ ਰਹਿਣ ਦਿਆਂ ਮੈਂ ਤਾਂ ਘੁੰਮਣ ਜਾਣਾ ਹੀ ਹੈ ਤੇ ਹੁਣ ਮੈਂ ਆਪਣੇ ਬੱਚਿਆਂ ਨਾਲ ਜਾ ਕੇ ਹੀ ਰਹਾਂਗੀ। ਦੀਦੀ ਜਦੋਂ ਇੱਥੇ ਆਪਣੇ ਪੇਕੇ ਆਉਂਦੀ ਹੈ ਤਾਂ ਕਿਸੇ ਨੂੰ ਪੁੱਛ ਕੇ ਆਉਂਦੀ ਹੈ, ਜਦੋਂ ਜੀ ਕਰਦਾ ਹੈ ਉਦੋਂ ਆ ਜਾਂਦੀ ਹੈ ਕਿ ਜਦੋਂ ਰੁਪਿੰਦਰ ਇੱਥੇ ਆਉਂਦੀ ਹੈ ਤਾਂ ਆਪਣੇ ਪੇਕੇ ਜਾਂਦੀ ਹੈ, ਉਹ ਮੰਮੀ ਤੋਂ ਪੁੱਛ ਕੇ ਜਾਂਦੀ ਹੈ, ਜਦੋਂ ਦਿਲ ਕਰਦਾ ਹੈ ਉਦੋਂ ਹੀ ਚਲੀ ਜਾਂਦੀ ਹੈ। ਮੈਂ ਕੀ ਇਸ ਘਰ ਦੀ ਨੌਕਰ ਹਾਂ ਜੋ ਸਾਰਿਆਂ ਦੀ ਗੱਲ ਮੰਨਾਂ ਤੇ ਸਾਰਾ ਦਿਨ ਕੰਮ ਕਰਾਂ? ਕਿ ਇਹਨਾਂ ਸਾਰਿਆਂ ਦੇ ਹੱਥ ਪੈਰ ਟੁੱਟ ਗਏ ਨੇ ਜਿਹੜੇ ਰੋਟੀ ਪਕਾ ਕੇ ਨਹੀਂ ਖਾ ਸਕਦੀਆਂ?
ਜੇ ਮੈਂ ਘਰ ਦੇ ਸਾਰੇ ਕੰਮ ਕਰਦੀ ਹਾਂ ਤਾਂ ਮੈਨੂੰ ਕਿਹੜਾ ਇਹਨਾਂ ਨੇ ਤਗਮਾ ਦੇ ਦਿੱਤਾ। ਮੈਨੂੰ ਕਿਸੇ ਨੇ ਇਸ ਘਰ ਦਾ ਮੈਂਬਰ ਵੀ ਨਹੀਂ ਸਮਝਿਆ। ਇਹਨਾਂ ਸਾਰਿਆਂ ਨੇ ਤਾਂ ਆਪਾਂ ਨੂੰ ਇਸ ਘਰ ਦੇ ਨੌਕਰ ਹੀ ਸਮਝਿਆ ਹੈ। ਇਸ ਦੀ ਵਜ੍ਹਾ ਸਿਰਫ ਇੱਕ ਹੀ ਹੈ, ਤੁਹਾਡਾ ਭਲੇ ਮਾਨਸ ਹੋਣਾ ਤੇ ਚੁੱਪ ਰਹਿਣਾ, ਕਿਉਂਕਿ ਤੁਸੀਂ ਪਲਟ ਕੇ ਕਿਸੇ ਨੂੰ ਕਦੀ ਕੋਈ ਜਵਾਬ ਨਹੀਂ ਦਿੰਦੇ। ਰਮਨ ਦੀ ਇਹ ਗੱਲ ਸੁਣ ਕੇ ਸੱਸ ਸਹੁਰਾ ਗੁੱਸੇ ਵਿੱਚ ਬੋਲਣ ਲੱਗ ਗਏ ਤੇ ਨਾਲ ਹੀ ਨਨਾਣ ਤੇ ਦਿਓਰ ਦਰਾਣੀ ਦਾ ਵੀ ਸੁਰ ਉੱਚਾ ਹੋ ਗਿਆ। ਉਹਨਾਂ ਨੇ ਸੋਚਿਆ ਕਿ ਅੱਜ ਇਹਨਾਂ ਨੇ ਜ਼ੁਬਾਨ ਖੋਲ੍ਹੀ ਹੈ ਤਾਂ ਇਹਨਾਂ ਨੂੰ ਇੱਥੇ ਹੀ ਚੁੱਪ ਕਰਾ ਦਿੱਤਾ ਜਾਵੇ ਤਾਂ ਚੰਗਾ ਹੈ, ਨਹੀਂ ਤਾਂ ਇਹਨਾਂ ਦੀ ਹਿੰਮਤ ਵੱਧ ਜਾਏਗੀ। ਪਰ ਰਮਨ ਨੇ ਅੱਜ ਦਿਲ ਵਿੱਚ ਧਾਰ ਲਿਆ ਸੀ ਕਿ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾ ਕੇ ਹੀ ਰਹੇਗੀ, ਤੇ ਜਿੰਨੀ ਉੱਚੀ ਆਵਾਜ਼ ਵਿੱਚ ਉਸਦੇ ਸੱਸ ਸਹੁਰੇ ਨੇ ਬੋਲਣਾ ਸ਼ੁਰੂ ਕੀਤਾ, ਓਨੀ ਉੱਚੀ ਆਵਾਜ਼ ਵਿੱਚ ਹੀ ਰਮਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅੱਗੋਂ ਰਮਨ ਕਹਿੰਦੀ ਕਿ ਅਸੀਂ ਕਿਉਂ ਨਹੀਂ ਜਾ ਸਕਦੇ, ਕਿ ਮੈਨੂੰ ਵੱਡੀ ਨੌਂ ਤੇ ਉਸ ਨੂੰ ਵੱਡੇ ਪੁੱਤ ਦਾ ਦਰਜਾ ਕਦੀ ਮਿਲਿਆ ਹੈ? ਨਹੀਂ, ਤੁਸੀਂ ਤਾਂ ਹਮੇਸ਼ਾ ਘਰ ਦਾ ਮਾਲਕ ਛੋਟੇ ਮੁੰਡੇ ਨੂੰ ਤੇ ਨੂੰਹ ਨੂੰ ਹੀ ਬਣਾਇਆ ਹੈ। ਕਿ ਅਸੀਂ ਉਹਨਾਂ ਦੀ ਕਮਾਈ ਖਾਂਦੇ ਹਾਂ? ਕਿ ਮੇਰਾ ਘਰ ਵਾਲਾ ਕਮਾਉਂਦਾ ਨਹੀਂ ਹੈ, ਉਹ ਵਿਹਲਾ ਬੈਠਾ ਰਹਿੰਦਾ ਹੈ? ਕਿ ਸਾਡਾ ਖਰਚਾ ਤੁਸੀਂ ਕਰਦੇ ਹੋ ਜਾਂ ਸੁਖਬੀਰ ਕਰਦਾ ਹੈ? ਮੇਰਾ ਘਰ ਵਾਲਾ ਇੰਨਾ ਕਮਾਉਣ ਜੋਗਾ ਹੈ ਕਿ ਉਹ ਸਾਡਾ ਖਰਚਾ ਚਲਾ ਸਕਦਾ ਹੈ ਤੇ ਆਪਣੇ ਬੱਚਿਆਂ ਦਾ ਵੀ, ਫਿਰ ਵੀ ਤੁਹਾਡੀ ਗੁਲਾਮੀ ਕਰਦਾ ਹੈ ਕਿਉਂਕਿ ਉਹ ਇੱਕ ਸਿੱਧਾ ਸਾਦਾ ਆਦਮੀ ਰਹੀ ਗੱਲ ਤੁਹਾਡੇ ਛੋਟੇ ਪੁੱਤ ਦੀ ਨੌਕਰੀ ਦੀ, ਤਾਂ ਹਰ ਕੋਈ ਆਪਣੀ ਆਪਣੀ ਨੌਕਰੀ ਕਰਦਾ ਹੈ, ਕੋਈ ਸਰਕਾਰੀ ਤੇ ਕੋਈ ਪ੍ਰਾਈਵੇਟ। ਇਸ ਦਾ ਮਤਲਬ ਇਹ ਨਹੀਂ ਕਿ ਉਹ ਜ਼ਿਆਦਾ ਕਾਬਿਲ ਹੈ। ਜੋ ਵੀ ਹੋਵੇ, ਉਹ ਕਿਹੜਾ ਸਾਨੂੰ ਕੁਝ ਦਿੰਦਾ ਹੈ ਜਾਂ ਤੁਹਾਨੂੰ ਦਿੰਦਾ ਹੈ। ਜੋ ਵੀ ਕਮਾਉਂਦਾ ਹੈ ਉਹ ਆਪਣੇ ਤੇ ਆਪਣੇ ਪਰਿਵਾਰ ਉੱਤੇ ਹੀ ਖਰਚਦਾ ਹੈ, ਨਾ ਕਿ ਮਾਂ-ਪਿਓ ਜਾਂ ਭੈਣ ਭਰਾ ਤੇ। ਤਾਂ ਫਿਰ ਕਿਸ ਗੱਲ ਦਾ ਮਾਣ ਹੈ ਤੁਹਾਨੂੰ? ਕਿ ਤੁਹਾਡੀ ਸੇਵਾ ਤੁਹਾਡਾ ਛੋਟਾ ਪੁੱਤ ਕਰਦਾ ਹੈ ਜਾਂ ਤੁਹਾਡੀ ਨੂੰਹ ਕਰਦੀ ਹੈ ਜਾਂ ਤੁਹਾਡੀ ਧੀ ਕਰਦੀ ਹੈ? ਤੁਹਾਡੀ ਸੇਵਾ ਮੈਂ ਕਰਦੀ ਹਾਂ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡਾ ਘਰ ਹੈ ਤੇ ਅਸੀਂ ਤੁਹਾਡੇ ਘਰ ਵਿੱਚ ਰਹਿ ਰਹੇ ਹਾਂ, ਤਾਂ ਤੁਹਾਡਾ ਪੁੱਤ ਇੰਨਾ ਕਾਬਿਲ ਹੈ ਕਿ ਅਸੀਂ ਆਪਣਾ ਘਰ ਲੈ ਕੇ ਉੱਥੇ ਆਰਾਮ ਨਾਲ ਰਹਿ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੈ ਉਸ ਨੂੰ ਤਨਖਾਹ ਘੱਟ ਮਿਲਦੀ ਹੈ? ਇਸ ਦਾ ਮਤਲਬ ਇਹ ਨਹੀਂ ਕਿ ਸੁਖਬੀਰ ਨਾਲੋਂ ਸੁਖਮੰਦਰ ਦੀ ਤਨਖਾਹ ਘੱਟ ਹੈ। ਇਹ ਤੁਹਾਡੇ ਦਿਮਾਗ ਦਾ ਭੁਲੇਖਾ ਹੈ। ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਕਿ ਸੁਖਮੰਦਰ ਦੀ ਤਨਖਾਹ ਸੁਖਬੀਰ ਤੋਂ ਜ਼ਿਆਦਾ ਹੈ, ਕਿਉਂਕਿ ਤੁਹਾਨੂੰ ਸਰਕਾਰੀ ਨੌਕਰੀ ਕਰਕੇ ਆਪਣਾ ਵੱਡਾ ਪੁੱਤ ਨਜ਼ਰ ਨਹੀਂ ਆਉਂਦਾ। ਹੁਣ ਇਸ ਘਰ ਵਿੱਚ ਮੈਂ ਇੱਕ ਸ਼ਰਤ ਤੇ ਹੀ ਰਹਾਂਗੀ ਕਿ ਕੋਈ ਵੀ ਮੇਰੇ ਉੱਤੇ ਰੋਹਬ ਨਹੀਂ ਰੱਖੇਗਾ। ਬਹੁਤ ਸਹਿ ਲਿਆ ਮੈਂ ਤੁਹਾਡਾ ਰੋਹਬ। ਜੇ ਇਸ ਘਰ ਵਿੱਚ ਰਹਿਣਾ ਹੈ ਤਾਂ ਸਾਰਿਆਂ ਨੂੰ ਬਰਾਬਰ ਸਮਝਣਾ ਪਏਗਾ, ਨਹੀਂ ਤਾਂ ਤੁਹਾਡਾ ਘਰ ਤੁਹਾਨੂੰ ਮੁਬਾਰਕ ਹੋਵੇ। ਮੇਰਾ ਪਤੀ ਇੰਨਾ ਕਮਾਉਂਦਾ ਹੈ ਕਿ ਅਸੀਂ ਆਪਣਾ ਘਰ ਲੈ ਕੇ ਆਰਾਮ ਨਾਲ ਰਹਿ ਸਕਦੇ ਹਾਂ। ਅੱਗੇ ਤੁਹਾਡੀ ਮਰਜ਼ੀ, ਜਿਵੇਂ ਤੁਹਾਨੂੰ ਠੀਕ ਲੱਗੇ। ਵੈਸੇ ਵੀ ਵੱਡੀ ਨੂੰਹ ਨੇ ਬਹੁਤ ਸੇਵਾ ਕਰ ਲਈ, ਹੁਣ ਛੋਟੀ ਨੂੰਹ ਦੀ ਵਾਰੀ ਹੈ। ਉਸ ਨੂੰ ਵੀ ਸੇਵਾ ਕਰਨ ਦਾ ਮੌਕਾ ਦਿਓ, ਕਿਉਂਕਿ ਹੁਣ ਤੁਹਾਡਾ ਹੁਕਮ ਮੇਰੇ ਤੇ ਨਹੀਂ ਚੱਲੇਗਾ। ਇੰਨਾ ਕਹਿ ਕੇ ਉਸਨੇ ਆਪਣੇ ਬੈਗ ਵਿੱਚ ਕੱਪੜੇ ਪਾ ਲਏ ਤੇ ਬੱਚਿਆਂ ਨੂੰ ਆਵਾਜ਼ ਮਾਰੀ, ਬੱਚਿਓ ਜਲਦੀ ਆਓ, ਤਿਆਰ ਹੋ ਜਾਓ, ਆਪਾਂ ਘੁੰਮਣ ਜਾਣਾ ਹੈ। ਤੇ ਨਾਲ ਹੀ ਸੁਖਮੰਦਰ ਨੂੰ ਕਿਹਾ ਕਿ ਕੁਝ ਹੋਰ ਵੀ ਲੈਣਾ ਹੈ ਤਾਂ ਦੱਸ ਦਿਓ, ਮੈਂ ਪੈਕ ਕਰ ਲਾਂਗੀ। ਮਾਂ-ਪਿਓ ਨੇ ਸੁਖਮੰਦਰ ਵੱਲ ਵੇਖਿਆ ਕਿ ਸ਼ਾਇਦ ਉਹ ਆਪਣੀ ਘਰਵਾਲੀ ਨੂੰ ਕੁਝ ਕਹੇਗਾ, ਪਰ ਸੁਖਮੰਦਰ ਕੁਝ ਵੀ ਨਾ ਬੋਲਿਆ ਤੇ ਰਮਨ ਨੂੰ ਕਿਹਾ, ਹੋਰ ਕੁਝ ਨਹੀਂ ਚਾਹੀਦਾ, ਚਲੋ ਚੱਲਦੇ ਹਾਂ। ਤੇ ਜਾਂਦੇ ਹੋਏ ਸੁਖਮੰਦਰ ਨੇ ਆਪਣੇ ਮੰਮੀ ਡੈਡੀ ਨੂੰ ਕਿਹਾ, ਹੁਣ ਤੁਸੀਂ ਸੋਚ ਲਓ ਤੁਸੀਂ ਕੀ ਕਰਨਾ ਹੈ, ਕਿਉਂਕਿ ਹੁਣ ਅੱਗੇ ਜੋ ਮੇਰੀ ਘਰਵਾਲੀ ਚਾਹੇਗੀ ਉਹੀ ਕੁਝ ਹੋਏਗਾ, ਕਿਉਂਕਿ ਮੇਰੀ ਪਤਨੀ ਨੇ ਇਸ ਘਰ ਲਈ ਬਹੁਤ ਕੁਝ ਕੀਤਾ ਹੈ ਤੇ ਹੁਣ ਉਸ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ। ਜੇ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਕੱਠੇ ਰਹੀਏ ਤਾਂ ਅਸੀਂ ਆਪਣੇ ਹਿਸਾਬ ਨਾਲ ਰਹਾਂਗੇ, ਜੇ ਨਹੀਂ ਤਾਂ ਅਸੀਂ ਅੱਡ ਹੋਣ ਲਈ ਤਿਆਰ ਹਾਂ। ਇੰਨਾ ਕਹਿ ਕੇ ਉਹ ਘਰੋਂ ਚਲੇ ਗਏ ਤੇ ਬਾਕੀ ਸਾਰੇ ਜਾਣੇ ਉਹਨਾਂ ਨੂੰ ਦੇਖਦੇ ਰਹਿ ਗਏ। ਹੁਣ ਉਹਨਾਂ ਨੂੰ ਇਹ ਸਮਝ ਆ ਗਈ ਸੀ ਕਿ ਇਹ ਖੇਡ ਜ਼ਿਆਦਾ ਦਿਨਾਂ ਤੱਕ ਚੱਲਣ ਵਾਲੀ ਨਹੀਂ। ਹੁਣ ਉਹਨਾਂ ਨੇ ਆਪਣੇ ਹੱਕ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਨਾਨ ਨੂੰ ਵੀ ਸਮਝ ਆ ਗਿਆ ਸੀ ਕਿ ਪੇਕਿਆਂ ਤੇ ਵਿਹਲੇ ਬਿਠਾ ਕੇ ਖਵਾਉਣ ਵਾਲਾ ਕੋਈ ਨਹੀਂ ਹੈ, ਤੇ ਉਸਨੇ ਬੈਗ ਵਿੱਚ ਕੱਪੜੇ ਪਾ ਲਏ ਤੇ ਕਹਿੰਦੀ, ਮਾਂ ਮੈਂ ਵੀ ਚੱਲਦੀ ਹਾਂ, ਮੇਰੀ ਨਨਾਣ ਵੀ ਛੁੱਟੀਆਂ ਕਰਕੇ ਆਉਣ ਵਾਲੀ ਹੈ। ਇਹ ਸਭ ਵੇਖ ਕੇ ਸੁਖਮੰਦਰ ਦੀ ਮੰਮੀ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਰੁਪਿੰਦਰ ਨੂੰ ਕਿਹਾ, ਬੇਟਾ ਪਾਣੀ ਦੇ, ਮੈਨੂੰ ਚੱਕਰ ਆ ਰਹੇ ਨੇ, ਤੇ ਚਾਹ ਵੀ ਬਣਾ ਕੇ ਦੇ। ਰੁਪਿੰਦਰ ਅੱਗੋਂ ਕਹਿੰਦੀ, ਮੰਮੀ ਕਿ ਤੁਸੀਂ ਮੈਨੂੰ ਨੌਕਰਾਣੀ ਸਮਝ ਰੱਖਿਆ ਹੈ? ਮੈਂ ਤਾਂ ਉੱਥੇ ਆਪਣੇ ਘਰੇ ਵੀ ਕੋਈ ਕੰਮ ਨਹੀਂ ਕਰਦੀ, ਮੈਂ ਤਾਂ ਕੰਮ ਵਾਲੀ ਰੱਖੀ ਹੋਈ ਹੈ। ਤੁਹਾਨੂੰ ਕੀ ਲੱਗਦਾ ਹੈ ਮੈਂ ਇੱਥੇ ਕੰਮ ਕਰਨ ਆਈ ਹਾਂ? ਚਾਹ ਤਾਂ ਮੇਰਾ ਵੀ ਪੀਣ ਨੂੰ ਦਿਲ ਕਰਦਾ ਹੈ, ਹੋ ਸਕੇ ਤਾਂ ਮੇਰੇ ਲਈ ਵੀ ਬਣਾ ਦੇਣਾ। ਹਾਂ, ਕੱਲ ਨੂੰ ਮੈਂ ਵਾਪਸ ਜਾ ਰਹੀ ਹਾਂ,
ਮੇਰੇ ਵੱਸ ਨਹੀਂ ਇੱਥੇ ਕੰਮ ਕਰਨਾ। ਤੇ ਅਗਲੇ ਦਿਨ ਸਵੇਰੇ 5 ਵਜੇ ਵਾਲੀ ਟ੍ਰੇਨ ਨੂੰ ਸੁਖਬੀਰ ਤੇ ਰੁਪਿੰਦਰ ਚਲੇ ਗਏ। ਹੁਣ ਸੁਖਮੰਦਰ ਦੇ ਮੰਮੀ ਡੈਡੀ ਨੂੰ ਸਮਝ ਆ ਗਈ ਸੀ ਕਿ ਅਸੀਂ ਜਿਨ੍ਹਾਂ ਦਾ ਇੰਨਾ ਜ਼ਿਆਦਾ ਕਰਦੇ ਸੀ ਉਹਨਾਂ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਹੈ। ਫਿਰ ਉਹਨਾਂ ਨੇ ਆਪਣੇ ਵੱਡੇ ਨੂੰਹ ਪੁੱਤ ਨਾਲ ਹੀ ਸਮਝੌਤਾ ਕਰਨ ਵਿੱਚ ਸਮਝਦਾਰੀ ਸੋਚੀ। ਉਹਨਾਂ ਨੇ ਰਮਨ ਦੇ ਆਉਣ ਤੋਂ ਪਹਿਲਾਂ ਉਹਨਾਂ ਦੇ ਕਮਰੇ ਨੂੰ ਵਧੀਆ ਤਿਆਰ ਕਰਾਉਣ ਬਾਰੇ ਸੋਚਿਆ ਤਾਂ ਕਿ ਉਹ ਆ ਕੇ ਖੁਸ਼ ਹੋ ਜਾਣ। ਤੇ ਸੁਖਮੰਦਰ ਦੇ ਮੰਮੀ ਡੈਡੀ ਨੇ ਸੋਚਿਆ ਕਿ ਹੁਣ ਅਸੀਂ ਤੈਅ ਕਰਾਂਗੇ ਕਿ ਇਸ ਘਰ ਵਿੱਚ ਕੌਣ ਰਹੇਗਾ। ਜੋ ਅਸੀਂ ਆਪਣੇ ਵੱਡੇ ਨੂੰਹ ਪੁੱਤ ਨਾਲ ਨਾਇਨਸਾਫੀ ਕੀਤੀ ਹੈ ਉਸ ਨੂੰ ਦੂਰ ਕਰਕੇ ਰਹਾਂਗੇ, ਕਿਉਂਕਿ ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਬੁਢਾਪੇ ਵਿੱਚ ਹੁਣ ਮੇਰੇ ਵੱਡੇ ਨੂੰਹ ਪੁੱਤ ਤੋਂ ਬਿਨਾਂ ਮੈਨੂੰ ਕੋਈ ਵੀ ਪਾਣੀ ਦੀ ਘੁੱਟ ਦੇਣ ਵਾਲਾ ਨਹੀਂ ਹੈ। ਤੇ ਫਿਰ ਉਸ ਨੇ ਆਪਣੀ ਧੀ ਨੂੰ ਫੋਨ ਕੀਤਾ ਤੇ ਕਿਹਾ ਕਿ ਜੇ ਤੂੰ ਪੇਕਿਆਂ ਤੇ ਆਉਣਾ ਹੋਏ ਤਾਂ ਇਹ ਸੋਚ ਕੇ ਆਉਣਾ ਕਿ ਵੱਡੀ ਭਾਬੀ ਦੀ ਇੱਜ਼ਤ ਕਰਨੀ ਹੈ ਤੇ ਉਸ ਨਾਲ ਕੰਮ ਵੀ ਕਰਾਉਣਾ ਹੈ। ਜੇ ਇਹ ਕੁਝ ਨਹੀਂ ਕਰ ਸਕਦੀ ਤਾਂ ਪੇਕੇ ਆਉਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮਾਂ-ਪਿਓ ਹੀ ਬੱਚਿਆਂ ਵਿੱਚ ਭੇਦਭਾਵ ਕਰਕੇ ਬੱਚਿਆਂ ਨੂੰ ਇੱਕ ਦੂਸਰੇ ਦੇ ਦੁਸ਼ਮਣ ਬਣਾ ਦਿੰਦੇ ਹਨ। ਜੇ ਮਾਂ-ਪਿਓ ਆਪਣੇ ਬੱਚਿਆਂ ਨੂੰ ਬਰਾਬਰ ਪਿਆਰ ਸਨਮਾਨ ਦੇਣ ਤਾਂ ਬੱਚੇ ਇੱਕ ਦੂਸਰੇ ਦੇ ਦੁਸ਼ਮਣ ਨਹੀਂ ਬਣਦੇ। ਜੋ ਗਲਤੀ ਅਸੀਂ ਕੀਤੀ ਹੈ ਸਮਾਂ ਰਹਿੰਦਿਆਂ ਅਸੀਂ ਜ਼ਰੂਰ ਸੁਧਾਰ ਲਵਾਂਗੇ ਤੇ ਸਾਡਾ ਪਰਿਵਾਰ ਫਿਰ ਇੱਕ ਹੋ ਜਾਏਗਾ। ਜੇ ਨਾ ਹੋਇਆ ਤਾਂ ਅਸੀਂ ਇਸ ਨੂੰ ਆਪਣੀ ਗਲਤੀ ਮੰਨਾਂਗੇ। ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੋਏਗਾ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ? ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਤੇ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।